नमस्कार, मैं शालू देवी, वोकेशनल हेल्थ ट्रेनर इन गवर्नमेंट सीनियर सेकेंडरी ਸਕੂਲ ਬਧਾਨੀ ਡਿਸਟ੍ਰਿਕਟ ਪਠਾਨਕੋਟ ਵਿਖੇ NSQF ਪ੍ਰੋਜੈਕਟ ਦੇ ਅੰਡਰ ਕੰਮ ਕਰ ਰਹੀ ਹਾਂ। ਮੇਰਾ ਅੱਜ ਦਾ ਟੌਪਿਕ ਹੈ ਰੋਲ ਆਫ GDA ਇਨ ਪੇਸ਼ੈਂਟ ਕੇਅਰ। ਮੈਂ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ GDA ਦਾ ਰੋਲ ਦੱਸਾਂਗੀ ਕਿ ਪੇਸ਼ੈਂਟ ਦੀ ਕੇਅਰ ਦੇ ਵਿੱਚ GDA ਦਾ ਕੀ ਰੋਲ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਵਾਟ ਇਜ਼ GDA, ਵਾਟ ਡਜ਼ GDA ਮੀਨਸ। GDA ਮੀਨਸ ਜਨਰਲ ਡਿਊਟੀ ਅਸਿਸਟੈਂਟ। GDA ਇੱਕ ਫਸਟ ਏਡਰ ਦੀ ਤਰ੍ਹਾਂ ਹੀ ਹੁੰਦਾ ਹੈ, ਜਿਹਦਾ ਇੱਕ ਮੇਨ ਰੋਲ ਹੁੰਦਾ ਪੇਸ਼ੈਂਟ ਦੀ ਡੇਲੀ ਕੇਅਰ ਪ੍ਰੋਵਾਈਡ ਕਰਨ ਦੇ ਵਿੱਚ, ਪੇਸ਼ੈਂਟ ਦੀ ਹੈਲਥ ਨੂੰ ਮੇਨਟੇਨ ਰੱਖਣ ਦੇ ਵਿੱਚ ਅਤੇ ਉਹਦੀ ਸੇਫਟੀ ਨੂੰ ਮੇਨਟੇਨ ਕਰਨ ਦੇ ਵਿੱਚ ਜਿਹੜਾ GDA ਦਾ ਉਹ ਮੇਨ ਰੋਲ ਹੈ। GDA ਇੱਕ ਤਰ੍ਹਾਂ ਹੌਸਪੀਟਲ ਦੇ ਵਿੱਚ ਜਿਹੜਾ ਉਹ ਨਰਸਿੰਗ ਸਟਾਫ ਨੂੰ ਅਸਿਸਟ ਕਰਵਾਉਂਦਾ ਹੈ। ਮੀਨਸ ਕਿ ਉਹਦਾ ਨਰਸਿੰਗ ਸਟਾਫ ਦੇ ਨਾਲ ਹੀ ਜਿਹੜਾ ਉਹ ਜ਼ਿਆਦਾ ਕੰਮ ਹੁੰਦਾ ਹੈ। ਠੀਕ ਹੈ, ਕੁਛ ਕੁਆਲਿਟੀਜ਼ ਨੇ ਜੋ GDA ਦੇ ਵਿੱਚ ਹੋਣਾ ਬਹੁਤ ਜ਼ਰੂਰੀ ਨੇ ਤਾਂ ਕਿ ਉਹ ਇੱਕ ਅੱਛੀ ਨਰਸਿੰਗ ਕੇਅਰ ਜਿਹੜੀ ਉਹ ਪੇਸ਼ੈਂਟ ਨੂੰ ਪ੍ਰੋਵਾਈਡ ਕਰ ਸਕੇ। ਕੁਛ ਕੁਆਲਿਟੀਜ਼ ਨੇ ਜਿਨ੍ਹਾਂ ਦੇ ਵਿੱਚ ਹੈਗਾ ਪਹਿਲਾ ਡੈਡੀਕੇਸ਼ਨ। ਜੋ GDA ਹੁੰਦਾ ਉਹਦੇ ਵਿੱਚ ਇੱਕ ਡੈਡੀਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਅਗਰ ਉਹ ਆਪਣੇ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਡੈਡੀਕੇਟਡ ਹੈ ਤਾਂ ਉਹ ਇੱਕ ਅੱਛੀ ਕੇਅਰ ਜਿਹੜੀ ਆ ਪ੍ਰੋਵਾਈਡ ਕਰੇਗਾ। ਠੀਕ ਹੈ, ਸੈਕਿੰਡ ਹੈ ਸਿੰਪੈਥੀ। ਸਿੰਪੈਥੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਜੁੜੇ ਹਾਂ ਅਤੇ ਜਿਹੜਾ ਤੇ ਪੇਸ਼ੈਂਟ ਹੈ ਉਹ ਆਲਰੇਡੀ ਉੱਦਾਂ ਦੀ ਕੰਡੀਸ਼ਨ ਦੇ ਵਿੱਚ ਹੈ ਕਿ ਅਗਰ ਉਹ ਪਰੇਸ਼ਾਨ ਹੈ ਅਤੇ ਸਾਨੂੰ ਉਹਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਸਮਝਣਾ ਪਵੇਗਾ। ਸਾਨੂੰ ਇੱਕ ਸਿੰਪੈਥੈਟਿਕ ਤਰੀਕੇ ਨਾਲ ਉਹਦੇ ਨਾਲ ਡੀਲ ਕਰਨਾ ਪਵੇਗਾ ਤਾਂ ਕਿ ਜਿਹੜਾ ਪੇਸ਼ੈਂਟ ਆ ਉਹ ਕੰਫਰਟ ਫੀਲ ਕਰੇ। ਥਰਡ ਹੈ ਸੈਲਫ ਡਿਸਿਪਲਿਨ। ਜਿਹੜਾ GDA ਹੈ ਉਹਨੂੰ ਸੈਲਫ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ। ਉਹਨੂੰ ਟਾਈਮ ਦੇ ਪ੍ਰਤੀ ਜਿਹੜਾ ਪੰਕਚੁਅਲ ਹੋਣਾ ਜ਼ਰੂਰੀ ਹੈ ਕਿਉਂਕਿ ਮੈਡੀਕਲ ਪ੍ਰੋਫੈਸ਼ਨ ਇੱਦਾਂ ਦਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਅਸੀਂ ਲਾਪਰਵਾਹੀ ਬਿਲਕੁਲ ਨਹੀਂ ਕਰ ਸਕਦੇ। ਅਗਰ ਛੋਟੀ ਜਿਹੀ ਲਾਪਰਵਾਹੀ ਵੀ ਅਸੀਂ ਕਰਦੇ ਹਾਂ ਕਿ ਸਪੋਜ਼ ਕਰੋ ਕੋਈ ਇੰਜੈਕਸ਼ਨ ਅਸੀਂ ਦੁਪਹਿਰ ਦੇ ਟਾਈਮ ਦੇਣਾ ਹੈ, ਉਹਦਾ ਇੱਕ ਫਿਕਸ ਟਾਈਮ ਹੈ ਕਿ ਡਾਕਟਰ ਨੇ ਕਿਹਾ ਕਿ ਉਹਨੂੰ ਦੁਪਹਿਰ ਨੂੰ ਹੀ ਦੇਣਾ ਹੈ। ਅਗਰ ਅਸੀਂ ਉਹ ਚੀਜ਼ ਦੀ ਲਾਪਰਵਾਹੀ ਕਰਕੇ ਆਪਣੀ ਮਰਜ਼ੀ ਨਾਲ ਅਸੀਂ ਉਹਨੂੰ ਜਦੋਂ ਸਾਡਾ ਦਿਲ ਕੀਤਾ ਅਸੀਂ ਦੇ ਰਹੇ ਹਾਂ ਅਤੇ ਉਹ ਸਾਨੂੰ ਭੁਗਤਾਨ ਉਹਦਾ ਜਿਹੜਾ ਉਹ ਕਰਨਾ ਹੀ ਪਵੇਗਾ। ਨੈਕਸਟ ਹੈ ਇੱਕ ਗੁੱਡ ਵਿਜ਼ਨ ਹੋਣਾ ਬਹੁਤ ਜ਼ਰੂਰੀ ਹੈ GDA ਦੇ ਵਿੱਚ। ਉਹਨੂੰ ਪਤਾ ਹੋਣਾ ਚਾਹੀਦਾ, ਉਹਦੀ ਵਿਜ਼ਨ ਜਿਹੜੀ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ ਕਿ ਕੀ ਹੋ ਰਿਹਾ ਹੈ। ਨੈਕਸਟ ਹੈ ਕੋਆਪਰੇਟਿਵ ਨੇਚਰ ਹੋਣੀ ਚਾਹੀਦੀ ਹੈ ਉਹਦੀ, ਪੇਸ਼ੈਂਟ ਦੇ ਨਾਲ ਉਹਨੂੰ ਪੂਰਾ ਕੋਆਪਰੇਟ ਕਰਕੇ ਚੱਲਣਾ ਚਾਹੀਦਾ ਹੈ। ਨੈਕਸਟ ਹੈ ਐਬਿਲਿਟੀ ਟੂ ਡੀਲ ਟੈਕਟਫੁਲੀ। ਉਹਨੂੰ ਹਰ ਸਿਚੁਏਸ਼ਨ ਦੇ ਵਿੱਚ ਜਿਹੜਾ ਹੈ ਉਹ ਡੀਲ ਕਰਨਾ ਆਉਣਾ ਚਾਹੀਦਾ ਹੈ। ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਹੋਵੇ, ਇੱਕ GDA ਦੀ ਇੱਕ ਮੇਨ ਕੁਆਲਿਟੀ ਹੁੰਦੀ ਹੈ ਕਿ ਉਹਨੂੰ ਹਰ ਸਿਚੁਏਸ਼ਨ ਜਿਹੜੀ ਉਹ ਫੇਸ ਕਰਨੀ ਆਉਣੀ ਚਾਹੀਦੀ ਹੈ। ਨੈਕਸਟ ਹੈ ਐਮਪੈਥੀ। ਐਮਪੈਥੀ ਔਰ ਸਿੰਪੈਥੀ ਇਹ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ। ਸਿੰਪੈਥੀ ਹੈ ਕਿ ਸਪੋਜ਼ ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਮੈਂ ਬਹੁਤ ਪਰੇਸ਼ਾਨ ਹਾਂ ਅਤੇ ਮੈਂ ਉਹਨੂੰ ਇਹ ਚੀਜ਼ ਬੋਲ ਦਿੱਤੀ ਕਿ ਕੋਈ ਨਾ, ਮੈਂ ਉਹਨੂੰ ਹਮਦਰਦੀ ਜਤਾ ਦਿੱਤੀ, ਦੈਟ ਇਜ਼ ਸਿੰਪੈਥੀ। ਐਮਪੈਥੀ ਹੁੰਦੀ ਹੈ ਕਿ ਸਾਨੂੰ ਉਸ ਕੰਡੀਸ਼ਨ 'ਤੇ ਆਪਣੇ ਆਪ ਨੂੰ ਰੱਖ ਕੇ ਇਹ ਚੀਜ਼ ਫੀਲ ਕਰਨੀ ਹੈ ਕਿ ਅਗਰ ਸਪੋਜ਼ ਕਰੋ ਇਹ ਚੀਜ਼ ਮੇਰੇ ਨਾਲ ਹੋ ਜਾਏ। ਠੀਕ ਹੈ, ਉਹ ਐਮਪੈਥੈਟਿਕ ਨੇਚਰ ਲੈ ਕੇ ਅਸੀਂ ਕੰਮ ਕਰਨਾ ਹੈ। ਇਸ ਕੁਛ ਕੁਆਲਿਟੀਜ਼ ਨੇ ਜੋ GDA ਦੇ ਵਿੱਚ ਹੋਣਾ ਬਹੁਤ ਜ਼ਰੂਰੀ ਨੇ। ਮੇਰਾ ਜਿਹੜਾ ਫਸਟ ਲਰਨਿੰਗ ਆਊਟਕਮ ਹੈ ਅੱਜ ਦਾ, ਉਹ ਹੈ ਰੋਲ ਆਫ GDA ਇਨ ਇੰਪਲੀਮੈਂਟਿੰਗ ਕੇਅਰ ਪਲਾਨ। ਕੇਅਰ ਪਲਾਨ ਮੈਂ ਆਪਣੀ ਲਾਸਟ PPT ਦੇ ਵਿੱਚ ਕੇਅਰ ਪਲਾਨ ਦਾ ਟੋਪਿਕ ਲੈ ਕੇ ਪੂਰਾ ਅੱਛੀ ਤਰ੍ਹਾਂ ਇਹਨੂੰ ਐਕਸਪਲੇਨ ਕਰਕੇ ਸਮਝਾਇਆ ਸੀ। ਅੱਜ ਦੇ ਟੋਪਿਕ ਵਿੱਚ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਹੀ ਦੱਸਾਂਗੀ ਕਿ ਵਾਟ ਇਜ਼ ਕੇਅਰ ਪਲਾਨ। ਕੇਅਰ ਪਲਾਨ ਇੱਕ ਸਿਸਟਮੈਟਿਕ ਤਰੀਕੇ ਨਾਲ ਚੱਲਣ ਵਾਲਾ ਪ੍ਰੋਸੈਸ ਹੈ ਜੋ GDA ਨੂੰ ਫੋਲੋ ਕਰਨਾ ਪੈਂਦਾ ਹੈ ਪੇਸ਼ੈਂਟ ਨੂੰ ਕੁਆਲਿਟੀ ਨਰਸਿੰਗ ਕੇਅਰ ਦੇਣ ਦੇ ਲਈ। ਕੇਅਰ ਪਲਾਨ ਦੇ ਕੁਝ ਓਬਜੈਕਟਿਵ ਨੇ। ਅਸੀਂ ਕੇਅਰ ਪਲਾਨ ਕਿਉਂ ਬਣਾਉਂਦੇ ਹਾਂ? ਅਸੀਂ ਕੇਅਰ ਪਲਾਨ ਬਣਾਉਣ ਦਾ ਸਾਡਾ ਜਿਹੜਾ ਪਹਿਲਾ ਓਬਜੈਕਟਿਵ ਹੈ ਉਹ ਇੱਕ ਕੁਆਲਿਟੀ ਨਰਸਿੰਗ ਕੇਅਰ ਪ੍ਰੋਵਾਈਡ ਕਰਨ ਦੇ ਲਈ। ਸੈਕਿੰਡ ਹੈ ਕਿ ਪੇਸ਼ੈਂਟ ਨੂੰ ਸੇਫਟੀ ਦੇਣ ਲਈ। ਥਰਡ ਹੈ ਪੇਸ਼ੈਂਟ ਨੂੰ ਖੁਦ ਉਹਦੀ ਟਰੀਟਮੈਂਟ ਦੇ ਵਿੱਚ ਇਨਵੋਲਵ ਕਰਨ ਦੇ ਲਈ। ਨੈਕਸਟ ਹੈ ਕਿ ਅਸੀਂ ਆਪਣਾ ਪੂਰਾ ਜਿਹੜਾ ਕੰਮ ਕੀਤਾ ਹੈ ਉਹਨੂੰ ਇਵੈਲੂਏਟ ਕਰਨ ਦੇ ਲਈ ਬਣਾਉਂਦੇ ਹਾਂ। ਨੈਕਸਟ ਹੈ ਉਹਨੂੰ ਕੰਫਰਟ ਪ੍ਰੋਵਾਈਡ ਕਰਨ ਦੇ ਲਈ। ਔਰ ਥਰਡ ਹੈ ਕਿ ਉਹਦਾ ਜਲਦੀ ਜਿਹੜਾ ਬਿਮਾਰੀ ਤੋਂ ਰਾਹਤ ਪਾਉਣ ਦੇ ਲਈ ਅਸੀਂ ਕੇਅਰ ਪਲਾਨ ਬਣਾਉਣਾ ਜ਼ਰੂਰੀ ਹੁੰਦਾ ਹੈ।
ਸੋ ਕੇਅਰ ਪਲਾਨ ਬਣਾਉਣ ਦੇ ਲਈ ਸਾਡੇ 6 ਸਟੈਪਸ ਮੈਂ ਦੱਸੇ ਸੀ। ਪਹਿਲਾ ਸੀਗਾ ਕਿ ਇੱਕ ਡਾਕਟਰ ਡਾਇਗਨੋਸ ਬਣਦਾ ਹੈ, ਫਿਰ ਇੱਕ ਅਸੀਂ ਗੋਲ ਸੈੱਟ ਕਰਦੇ ਹਾਂ, ਫਿਰ ਉਹਨੂੰ ਲੈ ਕੇ ਪਲੈਨਿੰਗ ਚੱਲਦੀ ਹੈ, ਫਿਰ ਇੰਪਲੀਮੈਂਟੇਸ਼ਨ ਹੁੰਦੀ ਹੈ ਔਰ ਫਿਰ ਇਵੈਲੂਏਸ਼ਨ ਹੁੰਦੀ ਹੈ। ਠੀਕ ਹੈ। ਸੋ ਮੈਂ ਹੁਣ ਤੁਹਾਨੂੰ ਦੱਸਾਂਗੀ ਕਿ GDA ਦਾ ਕੀ ਰੋਲ ਹੈ ਕੇਅਰ ਪਲਾਨ ਨੂੰ ਇੰਪਲੀਮੈਂਟ ਕਰਨ ਦੇ ਲਈ। ਜਦੋਂ ਅਸੀਂ ਕੇਅਰ ਪਲਾਨ ਬਣਾ ਲਿਆ ਅਤੇ ਉਹਨੂੰ ਅਸੀਂ ਜਦੋਂ ਇੰਪਲੀਮੈਂਟ ਕਰਨਾ ਹੈ ਤਾਂ GDA ਇੱਕ ਸਿਗਨੀਫਿਕੈਂਟ ਰੋਲ ਜਿਹੜਾ ਉਹ ਪਲੇ ਕਰੇਗਾ ਉਹਨੂੰ ਰਾਈਟ ਕੇਅਰ ਦੇਣ ਦੇ ਲਈ। ਸੋ ਉਹਦੇ ਵਿੱਚ ਉਹ ਕੀ ਕਰੇਗਾ, ਪਹਿਲੇ ਤਾਂ ਪੇਸ਼ੈਂਟ ਨੂੰ ਆਪਣੀ ਇੰਟਰੋਡਕਸ਼ਨ ਦੇਗਾ ਪੂਰੀ ਕਿ ਮੈਂ ਕੌਣ ਹਾਂ ਔਰ ਮੈਂ ਕਿਉਂ ਤੁਹਾਡੇ ਨਰਸਿੰਗ ਕੇਅਰ ਪਲਾਨ ਬਣਾ ਰਿਹਾ ਹਾਂ ਤੁਹਾਡੀ ਬਿਮਾਰੀ ਦਾ। ਉਹਨੂੰ ਪਹਿਲੇ ਪੂਰਾ ਆਪਣੇ ਬਾਰੇ ਨੌਲੇਜ ਦੇਗਾ ਪੇਸ਼ੈਂਟ ਨੂੰ, ਤਾਂ ਕਿ ਪੇਸ਼ੈਂਟ ਜਿਹੜਾ ਉਹ ਕੰਫਰਟੇਬਲ ਹੋ ਕੇ ਉਹਨੂੰ ਆਪਣੀ ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਦੇ ਸਕੇ। ਸੋ ਉਹਦੀ ਪ੍ਰਾਈਵੇਸੀ ਨੂੰ ਮੇਨਟੇਨ ਕਰੇਗਾ। ਅਗਰ ਸਪੋਜ਼ ਕਰੋ ਪੇਸ਼ੈਂਟ ਕਿਸੇ ਸਾਹਮਣੇ ਨਹੀਂ ਗੱਲ ਕਰਨਾ ਚਾਹੁੰਦਾ ਤਾਂ ਸਕਰੀਨ ਲਗਾ ਕੇ ਪ੍ਰਾਈਵੇਸੀ ਮੇਨਟੇਨ ਕਰਕੇ ਉਹਦੇ ਨਾਲ ਗੱਲਬਾਤ ਕਰੇਗਾ। ਸੋ ਉਸ ਤੋਂ ਬਾਅਦ ਉਹਦੀ ਜਦੋਂ ਅਸੈਸਮੈਂਟ ਕਰੇਗਾ, ਉਹ ਉਹਦੀ ਡਾਟਾ ਕਲੈਕਟ ਕਰੇਗਾ। ਠੀਕ ਹੈ। ਉਸ ਤੋਂ ਬਾਅਦ ਉਹ ਜੋ ਵੀ ਮਤਲਬ ਜਦੋਂ ਡਾਟਾ ਕਲੈਕਟ ਕਰੇਗਾ ਤੇ ਉਹਦੇ ਵਿੱਚ ਉਹਨੂੰ ਆਪਣੇ ਸਾਰੇ ਜਿਹੜੇ ਸਕਿੱਲਸ ਨੇ ਉਹ ਯੂਜ਼ ਕਰਨੇ ਪੈਣਗੇ। GDA ਨੂੰ ਜਿੰਨੇ ਵੀ ਆਪਣੇ ਸਕਿੱਲਸ ਨੇ ਉਹ ਟਾਸਕ ਜਦੋਂ ਪਰਫੋਰਮ ਕਰ ਰਿਹਾ ਹੈ ਤੇ ਆਪਣੇ ਸਾਰੇ ਸਕਿੱਲਸ ਜਿਹੜੇ ਉਹ ਯੂਜ਼ ਕਰੇਗਾ। ਠੀਕ ਹੈ। ਉਹ ਟਾਸਕ ਦੇ ਵਿੱਚ ਕੀ ਕੀ ਆ ਸਕਦਾ ਹੈ, ਜਿੱਦਾਂ ਕਿ ਉਹ ਇੱਕ ਸਪੋਰਟ ਪ੍ਰੋਵਾਈਡ ਕਰੇਗਾ ਪੇਸ਼ੈਂਟ ਨੂੰ ਉਹਦੀ ਪਰਸਨਲ ਕੇਅਰ ਮੇਨਟੇਨ ਕਰਨ ਦੇ ਵਿੱਚ, ਉਹਨੂੰ ਵਾਈਟਲ ਸਾਈਨ ਜਿਹੜੇ ਆ ਆਇਡੈਂਟੀਫਾਈ ਕਰਨ ਦੇ ਵਿੱਚ। ਠੀਕ ਹੈ। ਔਰ ਉਹਦਾ ਇੱਕ ਬੈੱਡ ਤਿਆਰ ਕਰੇਗਾ ਪੇਸ਼ੈਂਟ ਦਾ। ਔਰ ਅਗਰ ਸਪੋਜ਼ ਕਰੋ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਕੇਅਰ ਫॉर ਦਾ ਬਾਡੀ ਆਫਟਰ ਡੈਥ। ਠੀਕ ਹੈ। ਉਹਦੀ ਪੂਰੀ ਜਿਹੜੀ ਬਾਡੀ ਦੀ ਆ ਆਫਟਰ ਡੈਥ ਵੀ ਉਹ ਕੇਅਰ ਕਰੇਗਾ। ਔਰ ਇਹ ਸਭ ਸਕਿੱਲਸ ਜੋ ਹੈ GDA ਨੂੰ ਆਪਣੇ ਪਰਫੋਰਮ ਕਰਨੇ ਪੈਣਗੇ ਇੱਕ ਕੇਅਰ ਪਲਾਨ ਨੂੰ ਇੰਪਲੀਮੈਂਟ ਕਰਨ ਦੇ ਲਈ। ਸੋ ਇਹ ਸੀਗਾ ਮੇਰਾ ਪਹਿਲਾ ਲਰਨਿੰਗ ਆਊਟਕਮ ਕਿ ਰੋਲ ਆਫ GDA ਇਨ ਇੰਪਲੀਮੈਂਟਿੰਗ ਕੇਅਰ ਪਲਾਨ। ਸੋ ਨੈਕਸਟ ਮੇਰਾ ਸੈਕਿੰਡ ਲਰਨਿੰਗ ਆਊਟਕਮ ਹੈ ਰੋਲ ਆਫ GDA ਇਨ ਫੀਡਿੰਗ ਆਫ ਪੇਸ਼ੈਂਟ। ਜਦੋਂ ਅਸੀਂ ਪੇਸ਼ੈਂਟ ਨੂੰ ਫੀਡ ਦਿੰਦੇ ਹਾਂ, ਜਦੋਂ ਹੌਸਪੀਟਲ ਦੇ ਵਿੱਚ ਕੋਈ ਪੇਸ਼ੈਂਟ ਐਡਮਿਟ ਹੈ, ਉਹਦੇ ਨੱਕ ਦੇ ਵਿੱਚ ਇੱਕ ਰਾਇਲਸ ਟਿਊਬ ਨਾਮ ਦੀ ਅਸੀਂ ਟਿਊਬ ਪਾਈ ਹੁੰਦੀ ਹੈ, ਉਹਨੂੰ ਅਸੀਂ ਨੇਜ਼ੋਗੈਸਟ੍ਰਿਕ ਟਿਊਬ ਵੀ ਕਹਿ ਦਿੰਦੇ ਹਾਂ। ਠੀਕ ਹੈ। ਸੋ ਜਦੋਂ ਪੇਸ਼ੈਂਟ ਹੈ ਉਹਨੂੰ ਫੀਡ ਦੇਣੀ ਪੈਂਦੀ ਹੈ ਤੇ GDA ਦਾ ਉਹਦੇ ਵਿੱਚ ਕੀ ਰੋਲ ਹੈ, ਇਸ ਟੌਪਿਕ ਦੇ ਵਿੱਚ ਇਹ ਕਵਰ ਕਰਾਂਗੀ। ਠੀਕ ਹੈ। ਜਦੋਂ ਕੋਈ ਪੇਸ਼ੈਂਟ ਹੌਸਪੀਟਲਾਈਜ਼ ਹੈ, ਠੀਕ ਹੈ, ਤੇ ਪੇਸ਼ੈਂਟ ਜਿਹੜਾ GDA ਹੈ ਉਹ ਉਹਦੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਕਲੈਕਟ ਕਰੇਗਾ ਕਿ ਕਿਉਂ ਇਹ ਪੇਸ਼ੈਂਟ ਨੂੰ ਹੌਸਪੀਟਲ ਹੋਣ ਦੀ ਕੀ ਜ਼ਰੂਰਤ ਸੀ, ਜਾਂ ਕਿਹੜੀ ਇਹਨੂੰ ਇੱਦਾਂ ਦੀ ਨੌਬਤ ਆਈ ਕਿ ਇਹਨੂੰ ਜਿਹੜੀ ਨੇਜ਼ੋਗੈਸਟ੍ਰਿਕ ਟਿਊਬ ਪਾਉਣ ਦੀ ਜ਼ਰੂਰਤ ਪਈ। ਠੀਕ ਹੈ। ਉਹ ਪਹਿਲੇ ਇਹ ਪੂਰੀ ਉਹਦੀ ਹਿਸਟਰੀ ਕਲੈਕਟ ਕਰੇਗਾ, ਕਿਉਂਕਿ ਰਾਇਲਸ ਟਿਊਬ ਜਾਂ ਨੇਜ਼ੋਗੈਸਟ੍ਰਿਕ ਟਿਊਬ ਅਸੀਂ ਉਹੀ ਪੇਸ਼ੈਂਟ ਨੂੰ ਪਾਉਂਦੇ ਹਾਂ ਜਿਹੜੇ ਓਰਲੀ ਮਤਲਬ ਮਾਊਥ ਦੇ ਥਰੂ ਜਿਹੜਾ ਉਹ ਕੁਛ ਵੀ ਖਾ ਨਹੀਂ ਸਕਦੇ, ਉਹੀ ਪੇਸ਼ੈਂਟ ਨੂੰ ਅਸੀਂ ਰਾਇਲਸ ਟਿਊਬ ਜਿਹੜੀ ਆ ਉਹ ਪਾਉਂਦੇ ਹਾਂ। ਠੀਕ ਹੈ। ਸੋ ਜਦੋਂ ਵੀ ਉਹ ਇੱਦਾਂ ਦੇ ਪੇਸ਼ੈਂਟ ਨੂੰ ਫੀਡ ਦੇਗਾ ਤੇ ਉਹਨੂੰ ਉਹਦਾ ਬੇਸਿਕ ਕੰਫਰਟ ਜਿਹੜਾ ਉਹ ਮੇਨਟੇਨ ਕਰਨਾ ਪਵੇਗਾ। ਪੇਸ਼ੈਂਟ ਜਿਹੜਾ ਸਾਰਾ ਉਹਦਾ ਡਾਟਾ ਰਿਕਾਰਡ ਉਹ ਚੈੱਕ ਕਰਨਾ ਪਵੇਗਾ ਕਿ ਪੇਸ਼ੈਂਟ ਨੂੰ ਕੀ ਦਿੱਕਤ ਹੈ। ਠੀਕ ਹੈ। ਅਗਰ ਉਹਨੂੰ ਫੀਡ ਕਰਦੇ ਟਾਈਮ ਕੋਈ ਇੱਦਾਂ ਦੀ ਕੰਡੀਸ਼ਨ ਆ ਜਾਂਦੀ ਹੈ ਕਿ ਕੋਈ ਚੀਜ਼ ਰਿਐਕਟ ਕਰ ਜਾਂਦੀ ਹੈ ਤੇ ਉਹ ਇਮੀਡੀਏਟਲੀ ਨਰਸਿੰਗ ਸਟਾਫ ਨੂੰ ਜਿਹੜਾ ਉਹ ਇਨਫੋਰਮ ਕਰੇਗਾ। ਸੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਡੈਮੋ ਦੇ ਕੇ ਆਪਣੀ ਰੋਲ ਆਫ GDA ਇਨ ਫੀਡਿੰਗ ਪੇਸ਼ੈਂਟ ਜਿਹੜਾ ਉਹ ਦੱਸਾਂਗੀ। ਸੋ ਮੇਰੀ ਇਹ ਡੈਮੋ ਵੀਡੀਓ ਦੇਖੋਗੇ ਤੁਸੀਂ। ਨਮਸਕਾਰ, ਮੈਂ ਸ਼ਾਲੂ ਦੇਵੀ। ਜਿੱਦਾਂ ਕਿ ਮੈਂ ਤੁਹਾਨੂੰ ਆਪਣੀ ਇੱਕ ਸਲਾਈਡ ਦੇ ਵਿੱਚ ਦੱਸਿਆ ਹੈ ਕਿ ਅਸੀਂ ਪੇਸ਼ੈਂਟ ਦੇ ਰਾਇਲਸ ਟਿਊਬ ਪਾਈ ਹੋਈ ਹੈ ਔਰ ਇੱਕ GDA ਦੇ ਤੌਰ ਤੇ ਅਸੀਂ ਪੇਸ਼ੈਂਟ ਨੂੰ ਫੀਡ ਕਿੱਦਾਂ ਦੇਣੀ ਹੈ, ਇਹ ਮੈਂ ਆਪਣੀ ਇੱਕ ਡੈਮੋ ਦੇ ਕੇ ਤੁਹਾਨੂੰ ਦੱਸਾਂਗੀ ਕਿ ਅਸੀਂ ਪੇਸ਼ੈਂਟ ਨੂੰ ਫੀਡ ਕਿੱਦਾਂ ਦੇਈਦੀ ਹੈ। ਇਹ ਮੇਰੇ ਕੋਲ ਇੱਕ ਪੇਸ਼ੈਂਟ ਹੈ ਜਿਹਦੇ ਰਾਇਲਸ ਟਿਊਬ ਪਈ ਹੈ। ਰਾਇਲਸ ਟਿਊਬ ਨੂੰ ਅਸੀਂ ਨੇਜ਼ੋਗੈਸਟ੍ਰਿਕ ਟਿਊਬ ਵੀ ਕਹਿੰਦੇ ਹਾਂ। ਨੇਜ਼ੋਗੈਸਟ੍ਰਿਕ ਦਾ ਮਤਲਬ ਹੈ ਕਿ ਨੋਜ਼ ਦੇ ਰਾਹੀਂ ਇਹ ਇੱਕ ਸਟਮਕ ਦੇ ਵਿੱਚ ਪਾਈ ਹੋਈ ਹੈ। ਤਾਂ ਇੱਕ GDA ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂਗੀ ਔਰ ਇਹ ਫੀਡ ਦੇਣ ਦੇ ਲਈ ਮੇਰੇ ਕੋਲ ਸਾਰਾ ਸਮਾਨ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਇੱਕ ਟਰੇ ਹੈ ਜਿਹਦੇ ਵਿੱਚ ਮੈਂ ਇੱਕ 50 ml ਦੀ ਸਰਿੰਜ ਲਈ ਹੋਈ ਹੈ, ਇੱਕ ਫੀਡ ਹੈ ਜੋ ਮੈਂ ਪੇਸ਼ੈਂਟ ਨੂੰ ਦੇਣੀ ਹੈ ਔਰ ਇੱਕ ਨਾਰਮਲ ਵਾਟਰ ਹੈ। ਠੀਕ ਹੈ। ਇੱਕ ਬਾਉਲ ਹੈ ਔਰ ਇੱਕ ਕਿਡਨੀ ਟਰੇ ਹੈ। ਸੋ ਫੀਡ ਦੇਣ ਤੋਂ ਪਹਿਲਾਂ ਮੈਂ ਪੇਸ਼ੈਂਟ ਦੀ ਰਾਇਲਸ ਟਿਊਬ ਦੀ ਪੋਜੀਸ਼ਨ ਚੈੱਕ ਕਰਾਂਗੀ ਕਿ ਇਹ ਆਪਣੀ ਸਹੀ ਜਗ੍ਹਾ ਤੇ ਲੋਕੇਟਡ ਹੈ ਕਿ ਨਹੀਂ ਹੈ।
ਇਹਨੂੰ ਚੈੱਕ ਕਰਨ ਦੇ ਲਈ ਸਭ ਤੋਂ ਪਹਿਲੇ ਮੈਂ ਕੀ ਕਰਾਂਗੀ, 50 ml ਦੀ ਸਿਰਿੰਜ ਲੈ ਕੇ ਇਹਦੇ ਵਿੱਚ ਏਅਰ ਇਨਸਰਟ ਕਰਾਂਗੀ। ਠੀਕ ਹੈ, ਏਅਰ ਇਨਸਰਟ ਕਰਾਂਗੀ ਔਰ ਇਹਨੂੰ ਸਟੈਥੋਸਕੋਪ ਦੇ ਨਾਲ ਦੇਖਾਂਗੀ, ਏਅਰ ਬਬਲਿੰਗ ਚੈੱਕ ਕਰਾਂਗੀ। ਅਗਰ ਤੇ ਮੈਨੂੰ ਏਅਰ ਬਬਲਸ ਸੁਣਦੇ ਨੇ, ਇਟ ਮੀਨਸ ਕਿ ਇਹ ਆਪਣੀ ਸਹੀ ਜਗ੍ਹਾ ਤੇ ਲੋਕੇਟਡ ਹੈ। ਦੂਸਰਾ ਇਹਦਾ ਜਿਹੜਾ ਸਹੀ ਪੋਜੀਸ਼ਨ ਚੈੱਕ ਕਰਨ ਦਾ ਤਰੀਕਾ ਹੈ ਉਹ ਹੈ ਕਿ ਮੈਂ ਇਹਦੇ ਤੋਂ ਜਿਹੜੇ ਐਸਪੀਰੇਟ ਕਰਕੇ ਦੇਖਾਂਗੀ 20 ml ਤੱਕ। ਅਗਰ ਇਹਦੇ ਵਿੱਚ ਗੈਸਟ੍ਰਿਕ ਕੰਟੈਂਟ ਆ ਰਹੇ ਨੇ ਤੇ ਇਟ ਮੀਨਸ ਕਿ ਇਹ ਆਪਣੀ ਸਹੀ ਜਗ੍ਹਾ ਤੇ ਲੋਕੇਟਡ ਹੈ। ਇਹ ਤਾਂ ਹੋ ਗਿਆ ਕਿ ਅਸੀਂ ਇਹਦੀ ਪੋਜੀਸ਼ਨ ਚੈੱਕ ਕੀਤੀ। ਸੈਕਿੰਡ ਕਿ ਹੁਣ ਜੀਡੀਏ ਇੱਕ ਪੇਸ਼ੈਂਟ ਨੂੰ ਫੀਡ ਦੇਣ ਦੇ ਲਈ ਕਿੱਦਾਂ ਹੈਲਪ ਕਰਦਾ ਹੈ। ਫੀਡ ਦੇਣ ਦੇ ਲਈ ਸਭ ਤੋਂ ਪਹਿਲੇ ਮੈਨੂੰ ਕੀ ਕਰਨਾ ਪਏਗਾ ਕਿ 50 ml ਜਿਹੜੀ ਸਰਿੰਜ ਹੈ ਉਹਨੂੰ ਮੈਂ ਇਹਦੇ ਵਿੱਚ ਇਨਸਰਟ ਕਰਕੇ ਔਰ ਮੈਂ ਇਹਦੇ ਵਿੱਚ ਜੋ ਵੀ ਫੀਡ ਪੇਸ਼ੈਂਟ ਨੂੰ ਦੇਣੀ ਹੈ ਉਹ ਮੈਂ ਇਹਦੇ ਵਿੱਚ ਪਾਵਾਂਗੀ। ਠੀਕ ਹੈ, ਜਦੋਂ ਅਸੀਂ 50 ml ਜਿਹੜੀ ਫੀਡ ਹੈ ਉਹਦੇ ਵਿੱਚ ਪਾ ਲਈ, ਉਹਨੂੰ ਮੈਂ ਇਨਸਰਟ, ਠੀਕ ਹੈ, ਜਦੋਂ 10 ml ਜਿਹੜੀ ਫੀਡ ਹੈ ਉਹ ਰਹਿ ਗਈ, ਮੈਂ ਇਹਨੂੰ ਕਲੰਪ ਕਰਕੇ ਇਹਦੇ ਵਿੱਚ ਜਿਹੜੀ ਬਾਕੀ ਰਹਿੰਦੀ ਫੀਡ ਹੈ ਉਹਨੂੰ ਵੀ ਪਾਵਾਂਗੀ। ਠੀਕ ਹੈ, ਇਹ ਇੱਕ ਮੇਰਾ ਮੈਥਡ ਹੈ ਪੇਸ਼ੈਂਟ ਨੂੰ ਫੀਡ ਦੇਣ ਦਾ। ਔਰ ਜਦੋਂ ਇਹ ਸਾਰੀ ਫੀਡ ਜਿਹੜੀ ਹੈ ਉਹ ਇਨਸਰਟ ਹੋ ਗਈ ਤਾਂ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਨਾਰਮਲ ਵਾਟਰ ਜਿਹੜਾ ਪਾ ਕੇ ਆਪਣੀ ਫੀਡ ਨੂੰ ਦਵਾਂਗੀ। ਸੋ एक मैथड है पेशेंट ਨੂੰ ਰਾਇਲਸ ट्यूब ਦੇ ਥਰੂ ਫੀਡ ਦੇਣ ਦਾ। ਠੀਕ ਹੈ, ਜੋ ਮੈਂ ਗੈਸਟ੍ਰਿਕ ਕੰਟੈਂਟ ਚੈੱਕ ਕੀਤਾ ਉਹਨੂੰ ਮੈਂ ਕਿਡਨੀ ਟਰੇ ਦੇ ਵਿੱਚ ਪਾ ਦਵਾਂਗੀ। ਸੋ ਇਸ ਤਰ੍ਹਾਂ ਮੇਰਾ ਇੱਕ ਫੀਡ ਦੇਣ ਦੀ ਡੈਮੋ ਸੀਗੀ ਜੋ ਮੈਂ ਤੁਹਾਨੂੰ ਦੱਸੀ ਹੈ। ਥੈਂਕ ਯੂ। Vital signs are the measurements of the body's most basic function। ਜਿਹੜੇ ਸਾਡੇ body ਦੇ basic functions ਨੇ ਉਹਨਾਂ ਨੂੰ measure ਕਰਨ ਦਾ ਇੱਕ ਤਰੀਕਾ ਹੈ ਵਾਈਟਲ ਸਾਇੰਸ ਉਹ ਨੇ। ਔਰ ਬੇਸਿਕਲੀ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹ 4 ਬੇਸਿਕ ਵਾਈਟਲ ਸਾਇੰਸ measure ਕਰਦੇ ਨੇ। ਫੋਰ ਐਗਜ਼ਾਮਪਲ ਪਹਿਲਾ ਹੈਗਾ ਬੋਡੀ ਟੈਂਪਰੇਚਰ, ਸੈਕਿੰਡ ਹੈ ਪਲਸ ਰੇਟ, ਥਰਡ ਹੈ ਰੈਸਪੀਰੇਸ਼ਨ ਐਂਡ ਫੋਰਥ ਹੈ ਬਲੱਡ ਪ੍ਰੈਸ਼ਰ। ਸੋ ਫਸਟ ਆਫ ਆਲ ਟੈਂਪਰੇਚਰ ਜਿਹੜਾ ਹੈ ਉਹਦੇ ਬਾਰੇ ਮੈਂ ਦੱਸਾਂਗੀ। ਟੈਂਪਰੇਚਰ ਜਿਹੜਾ ਅਸੀਂ ਉਹ ਤਿੰਨ ਤਰ੍ਹਾਂ ਨਾਲ ਵੈਸੇ ਬੇਸਿਕਲੀ ਅਸੀਂ ਲੈ ਲੈਂਦੇ ਹਾਂ। ਇੱਕ ਹੈ ਓਰਲੀ ਟੈਂਪਰੇਚਰ ਜਿਹੜਾ ਅਸੀਂ ਲੈਂਦੇ ਹਾਂ ਮੂੰਹ ਵਿੱਚ ਥਰਮਾਮੀਟਰ ਲਗਾ ਕੇ। ਸੈਕਿੰਡ ਹੈ ਰੈਕਟਲ ਟੈਂਪਰੇਚਰ ਜਿਹੜਾ ਅਸੀਂ ਗੁੱਦੇਈ ਤਾਪਮਾਨ ਜਿਹਨੂੰ ਕਹਿ ਦਿੰਦੇ ਹਾਂ। ਥਰਡ ਹੁੰਦਾ ਸਾਡਾ ਐਗਜ਼ਿਲਰੀ ਤਾਪਮਾਨ, ਐਗਜ਼ਿਲਰੀ ਥਰਮਾਮੀਟਰ ਜਾਂ ਐਗਜ਼ਿਲਰੀ ਟੈਂਪਰੇਚਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਉਹ ਅਸੀਂ ਬਾਂਹ ਦੇ ਨੀਚੇ ਜਦੋਂ ਅਸੀਂ ਥਰਮਾਮੀਟਰ ਰੱਖ ਕੇ ਟੈਂਪਰੇਚਰ ਲੈਂਦੇ ਹਾਂ, ਦੈਟ ਇਜ਼ ਸਾਡਾ ਐਗਜ਼ਿਲਰੀ ਟੈਂਪਰੇਚਰ। ਔਰ ਜਿਹੜਾ ਸਾਡਾ ਨਾਰਮਲ ਇੱਕ ਅਡਲਟ ਦੇ ਵਿੱਚ ਟੈਂਪਰੇਚਰ ਹੈ ਉਹ ਹੈ 98.6 ਡਿਗਰੀ ਫਾਰਨਹਾਈਟ ਜਾਂ ਇਹਨੂੰ ਅਸੀਂ 37 ਡਿਗਰੀ ਸੈਲਸੀਅਸ ਵੀ ਕਹਿ ਸਕਦੇ ਹਾਂ। ਸੋ ਨੈਕਸਟ ਹੈ ਪਲਸ ਰੇਟ। ਪਲਸ ਰੇਟ ਉਹ ਹੁੰਦਾ ਹੈ ਕਿ ਅਸੀਂ ਦੇਖਣਾ ਹੁੰਦਾ ਹੈ ਕਿ 1 ਮਿੰਟ ਦੇ ਵਿੱਚ ਸਾਡਾ ਦਿਲ ਜਿਹੜਾ ਉਹ ਕਿੰਨੀ ਵਾਰ ਧੜਕਦਾ ਹੈ। ਠੀਕ ਹੈ, ਇਹਨੂੰ ਅਸੀਂ ਕਹਿ ਦਿੰਦੇ ਹਾਂ ਪਲਸ ਰੇਟ। ਸੋ ਸਾਡਾ ਜਿਹੜਾ ਇੱਕ ਐਵਰੇਜ ਅਸੀਂ ਕਹਿ ਸਕਦੇ ਹਾਂ ਅਡਲਟ ਦੇ ਵਿੱਚ ਜਿਹੜਾ ਹੈ ਉਹ 60 to 100 ਪਰ ਬੀਟਸ ਅਸੀਂ ਇਹਨੂੰ ਨੋਰਮਲ ਮੰਨਦੇ ਹਾਂ ਇੱਕ ਅਡਲਟ ਦੇ ਵਿੱਚ। ਸੋ ਅਗਰ ਸਾਡਾ ਪਲਸ ਰੇਟ ਵੱਧਦਾ ਹੈ ਜਾਂ ਘੱਟਦਾ ਹੈ ਤੇ ਸਾਨੂੰ ਮਤਲਬ ਕੋਈ ਵੀ ਇੱਦਾਂ ਦੀ ਪ੍ਰੋਬਲਮ ਹੋਏਗੀ ਤਾਂ ਹੀ ਉਹ ਵਧੇਗਾ ਜਾਂ ਘਟੇਗਾ। ਥਰਡ ਹੈਗਾ ਰੈਸਪੀਰੇਸ਼ਨ। ਰੈਸਪੀਰੇਸ਼ਨ ਹੈ ਕਿ ਅਸੀਂ 1 ਮਿੰਟ ਦੇ ਵਿੱਚ ਕਿੰਨੀ ਵਾਰ ਸਾਹ ਲੈਂਦੇ ਹਾਂ। ਠੀਕ ਹੈ, ਔਰ ਇਹਦੀ ਇੱਕ ਐਵਰੇਜ ਜਿਹੜੀ ਵੈਲਿਊ ਹੈ ਉਹ ਹੈ 16 to 20 ਪਰ ਮਿੰਟ। ਇੱਕ ਨਾਰਮਲ ਅਡਲਟ ਦੇ ਵਿੱਚ 16 to 20 ਪਰ ਮਿੰਟ ਜਿਹੜੀ ਹੈ ਉਹ ਰੈਸਪੀਰੇਸ਼ਨ ਰੇਟ ਹੁੰਦਾ ਹੈ। ਨੈਕਸਟ ਹੈ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਖੂਨ ਦਾ ਮਤਲਬ ਜਿਹੜਾ ਦਬਾਅ ਹੈ ਜਿਹੜਾ ਸਾਡੀ ਨਾੜਾਂ 'ਤੇ ਪੈਂਦਾ ਹੈ ਉਹਨੂੰ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ। ਠੀਕ ਹੈ, ਨਾਰਮਲ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ 120 to 80 120/80 mm of mercury। ਠੀਕ ਹੈ, ਇਹ ਸਾਡਾ ਨਾਰਮਲ ਜਿਹੜਾ ਬਲੱਡ ਪ੍ਰੈਸ਼ਰ ਹੈ। ਔਰ ਇਹ ਚਾਰੋਂ ਵਾਈਟਲ ਸਾਈਨ ਅਗਰ ਇਹਨਾਂ ਦੀ ਵੈਲਿਊ ਜਿਹੜੀ ਉਹ ਘਟਦੀ ਜਾਂ ਵੱਧਦੀ ਹੈ ਤੇ ਸਾਨੂੰ ਕੋਈ ਨਾ ਕੋਈ ਦਿੱਕਤ ਹੋਏਗੀ ਜ਼ਰੂਰ, ਤਾਂ ਹੀ ਉਹ ਵਧੇ ਜਾਂ ਘਟੇਗੀ। ਹੁਣ ਇੱਕ GDA ਜਿਹੜਾ ਹੈ ਉਹ ਹੌਸਪੀਟਲ ਦੇ ਵਿੱਚ ਜਦੋਂ ਆਇਡੈਂਟੀਫਾਈ ਕਰਦਾ ਹੈ ਵਾਈਟਲ ਸਾਈਨਸ, ਔਰ ਇਹਨੂੰ ਅਸੀਂ ਬੇਸਿਕਲੀ ਕਹਿ ਦਿੰਦੇ ਹਾਂ TPR, ਟੈਂਪਰੇਚਰ ਪਲਸ ਔਰ ਰੈਸਪੀਰੇਸ਼ਨ। ਠੀਕ ਹੈ, ਇੱਕ GDA ਨੂੰ ਜਦੋਂ ਵਾਈਟਲ ਸਾਈਨ ਕਲੈਕਟ ਕਰਨੇ ਹੁੰਦੇ ਨੇ ਉਹ ਕੀ ਕਰੇਗਾ ਕਿ ਇੱਕ ਥਰਮਾਮੀਟਰ ਲੈ ਕੇ ਇਹ ਤਿੰਨੋਂ ਚੀਜ਼ਾਂ ਅਸੀਂ ਇੱਕੋ ਟਾਈਮ 'ਤੇ ਪਰਫੋਰਮ ਕਰਨੀਆਂ ਹੁੰਦੀਆਂ ਨੇ। ਇੱਕ ਥਰਮਾਮੀਟਰ ਲੈ ਕੇ
ਉਹਦੇ ਐਗਜ਼ਿਲਾ 'ਤੇ ਰੱਖੇਗਾ, ਠੀਕ ਹੈ। ਉਹ 1 ਮਿੰਟ ਜਿਹੜਾ ਹੈ ਉਹ ਮਤਲਬ ਉਹੀ 1 ਮਿੰਟ ਦੇ ਵਿੱਚ ਉਹ ਪਲਸ ਚੈੱਕ ਕਰੇਗਾ, ਠੀਕ ਹੈ। ਪਲਸ ਚੈੱਕ ਕਰਕੇ ਨਾਲ ਹੀ 1 ਮਿੰਟ ਉਹ ਰੈਸਪੀਰੇਸ਼ਨ ਕਾਊਂਟ ਕਰੇਗਾ, ਠੀਕ ਹੈ। ਔਰ ਉਹ 2 ਮਿੰਟ ਦੇ ਬਾਅਦ ਥਰਮਾਮੀਟਰ ਜਿਹੜਾ ਉਹ ਬਾਹਰ ਨਿਕਾਲੇਗਾ। ਔਰ ਇੱਥੋਂ ਜਿਹੜੀਆਂ ਸਾਡੀਆਂ ਤਿੰਨੋਂ ਚੀਜ਼ਾਂ ਦੀ ਵੈਲਿਊ ਸਾਨੂੰ ਪਤਾ ਲੱਗੇਗੀ। ਔਰ ਇੱਕ GDA ਦਾ ਮੇਨ ਕੰਮ ਹੈ ਕਿ ਜਦੋਂ ਉਹਨੇ ਆਇਡੈਂਟੀਫਾਈ ਕਰ ਲਿਆ ਕਿ ਉਹਨੂੰ TPR ਚਾਰਟ ਮੇਨਟੇਨ ਕਰਨਾ ਪਏਗਾ। TPR ਚਾਰਟ ਜਿਹੜਾ ਹੈ ਉਹਦੇ 'ਚ ਵੈਲਿਊ ਸਾਨੂੰ ਫਿਲ ਕਰਨੀ ਪਏਗੀ। ਔਰ TPR ਚਾਰਟ ਦੇ ਵਿੱਚ ਡੇ ਔਰ ਟਾਈਮ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ ਕਿ ਕਿਸ ਦਿਨ ਅਸੀਂ ਕਿਹੜੇ ਟਾਈਮ 'ਤੇ ਕਿੰਨਾ ਟੈਂਪਰੇਚਰ ਚੈੱਕ ਕੀਤਾ, ਉਹ ਅਸੀਂ ਇੱਕ ਗ੍ਰਾਫ ਦੇ ਤੌਰ 'ਤੇ ਅਸੀਂ ਡਰਾ ਕਰਨਾ ਹੁੰਦਾ, ਠੀਕ ਹੈ। ਔਰ ਇਹ ਰਿਕਾਰਡ ਜਿਹੜਾ ਮੇਨਟੇਨ ਕਰਨਾ GDA ਦੀ ਮੇਨ ਰਿਸਪੋਂਸੀਬਿਲਿਟੀ ਹੁੰਦੀ ਹੈ। ਇਹਦੇ ਨਾਲ ਸਾਨੂੰ ਪਤਾ ਲੱਗੇਗਾ ਕਿ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਹੈ ਉਹ ਸਹੀ ਹੋ ਰਹੀ ਹੈ ਜਾਂ ਪੇਸ਼ੈਂਟ ਦੀ ਕੰਡੀਸ਼ਨ ਜਿਹੜੀ ਉਹ ਵਰਸ ਹੋ ਗਈ ਹੈ। ਸੋ ਇਹ ਸਭ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਕਿ ਵਾਟ ਇਜ਼ ਦਾ ਰੋਲ ਆਫ GDA ਇਨ ਪੇਸ਼ੈਂਟ ਕੇਅਰ, ਜਿਹਦੇ ਵਿੱਚ ਅਸੀਂ ਇਹ ਪੜ੍ਹਿਆ ਕਿ ਪੇਸ਼ੈਂਟ ਨੂੰ ਫੀਡ ਦੇਣ ਦੇ ਵਿੱਚ GDA ਦਾ ਕੀ ਰੋਲ ਹੈ, ਔਰ ਪੇਸ਼ੈਂਟ ਕੇਅਰ ਪਲਾਨ ਇੰਪਲੀਮੈਂਟ ਕਰਨ ਦੇ ਵਿੱਚ GDA ਦਾ ਕੀ ਰੋਲ ਹੈ, ਔਰ ਵਾਈਟਲ ਸਾਈਨ ਜਿਹੜੇ ਕਲੈਕਟ ਕਰਨ ਦੇ ਵਿੱਚ GDA ਦਾ ਕੀ ਰੋਲ ਹੈ। ਸੋ ਇਹ ਸੀ ਮੇਰੀ ਅੱਜ ਦੀ ਵੀਡੀਓ। ਸੋ ਥੈਂਕ ਯੂ ਵੈਰੀ ਮੱਚ।